ਸਤਿ ਸ਼੍ਰੀ ਅਕਾਲ PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਉਸ ਪਟੀਸ਼ਨ ਦੇ ਬਾਰੇ। ਅੱਗੇ ਇੱਕ ਅਪਡੇਟ ਜੋ ਕਿ ਕੈਨੇਡਾ ਵਿੱਚ ਮੌਜੂਦ ਪ੍ਰਵਾਸੀਆਂ ਨੂੰ ਪੱਕੇ ਕਰਨ ਦੇ ਵਾਸਤੇ ਮੰਗ ਕੀਤੀ ਜਾ ਰਹੀ ਹੈ ਕਾਫੀ ਲੰਮੇ ਚਿਰ ਤੋਂ, ਤੇ ਉਸ ਦੇ ਉੱਤੇ ਹੁਣ ਇੱਕ ਹੋਰ ਪਟੀਸ਼ਨ ਦੇ ਉੱਤੇ ਦਸਤਖਤ ਕਰਵਾਏ ਜਾ ਰਹੇ ਨੇ, ਜਿਸ ਦੇ ਵਿੱਚ ਹੁਣ ਜੋ ਕੈਨੇਡੀਅਨ ਸਿਟੀਜ਼ਨ ਨੇ ਤੇ PR ਨੇ ਉਹਨਾਂ ਦੇ ਵੱਲੋਂ ਇਸ ਪਟੀਸ਼ਨ ਤੇ ਦਸਤਖਤ ਕਰਵਾਏ ਜਾ ਰਹੇ ਨੇ। ਤੇ ਅੱਗੇ ਹੋਰ ਜੋ ਮੰਗ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਹੋਪ ਵੈਲਫੇਅਰ ਸੁਸਾਇਟੀ ਦੇ ਮੈਂਬਰਸ ਦੇ ਵੱਲੋਂ ਜਿਵੇਂ ਕਿ ਇਸ ਪਟੀਸ਼ਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ, ਤਾਂ ਐਬਸਫੋਰਡ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਇਹ ਦਸਤਖਤ ਕਰਵਾਏ ਗਏ ਨੇ, ਤਾਂ ਉਸ ਦੌਰਾਨ ਇਸ ਸੁਸਾਇਟੀ ਦੇ ਮੈਂਬਰਸ ਦੇ ਵੱਲੋਂ ਜੋ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਹੁਣ ਤੁਹਾਨੂੰ ਅਸੀਂ ਉਹ ਸੁਣਾਵਾਂਗੇ। ਜਿਵੇਂ ਕਿ ਪਟੀਸ਼ਨ ਦੇ ਰਾਹੀਂ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਤਕਰੀਬਨ ਉਦੋਂ ਤੋਂ ਹੀ ਜਦੋਂ ਤੋਂ ਕੋਵਿਡ-19 ਦੇ ਕਰਕੇ ਜੋ ਹਦਾਇਤਾਂ ਲੱਗਣੀਆਂ ਸ਼ੁਰੂ ਹੋਈਆਂ, ਤੇ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਮੇ ਸਨ ਉਹ ਕੰਮ ਤੇ ਜਾਂਦੇ ਸੀ ਤੇ ਅਸੈਂਸ਼ੀਅਲ ਕਾਮੇ ਸੀ ਉਹਨਾਂ ਦੇ ਵਿੱਚ, ਤੇ ਹੋਰ ਵੀ ਆਪਣੀਆਂ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾ ਕੇ ਵੀ ਉਹਨਾਂ ਦੇ ਵੱਲੋਂ ਕੋਵਿਡ-19 ਦੇ ਦੌਰਾਨ ਵੀ ਕੰਮ ਕੀਤਾ ਗਿਆ। ਤਾਂ ਉਸੇ ਦੌਰਾਨ ਇੱਕ ਪਟੀਸ਼ਨ ਸ਼ੁਰੂ ਹੋਈ ਜਿਸ ਦੇ ਬਾਰੇ ਅਸੀਂ ਤੁਹਾਨੂੰ ਪਹਿਲੇ ਦਿਨ ਤੋਂ ਜਾਣਕਾਰੀ ਦਿੰਦੇ ਆ ਰਹੇ ਹਾਂ, ਜਿਸ ਦੇ ਵਿੱਚ PR ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਕਾਮਿਆਂ ਦੇ ਵਾਸਤੇ ਜੋ ਲੰਬੇ ਚਿਰ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਟੈਕਸ ਵੀ ਭਰ ਰਹੇ ਨੇ, ਪਰ ਕੁਝ ਐਲੀਜੀਬਿਲਟੀਜ਼ ਨੇ ਜਿਨ੍ਹਾਂ ਨੂੰ ਪੂਰਾ ਨਹੀਂ ਕਰ ਪਾਉਂਦੇ, ਤੇ ਉਸ ਕਰਕੇ ਉਹਨਾਂ ਨੂੰ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਹੈ ਉਹ ਨਹੀਂ ਮਿਲ ਰਹੀ, ਜਿਸ ਦੇ ਕਰਕੇ ਮੰਗ ਕੀਤੀ ਗਈ। ਇਹ ਮੰਗ ਦੇਸ਼ ਭਰ ਦੇ ਵਿੱਚ ਉੱਠੀ, ਵੱਖੋ ਵੱਖਰੇ ਸੂਬਿਆਂ ਦੇ ਵਿੱਚ ਇਸ ਨੂੰ ਲੈ ਕੇ ਜੋ ਸਵਾਲ ਵੀ ਖੜੇ ਹੋਏ, ਤੇ ਨਾਲ ਹੀ ਮਾਰਕੋ ਮੈਂਡੀਚਿਨੋ ਤੱਕ ਇਸ ਮੰਗ ਨੂੰ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਤਾਂ ਉਸੇ ਦੇ ਉੱਤੇ ਜੋ ਇਸ ਪਟੀਸ਼ਨ ਨੂੰ ਲੈ ਕੇ ਅੱਗੇ ਇੱਕ ਅਪਡੇਟ ਹੈ ਉਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ। ਤੇ ਜਸਵਿੰਦਰ ਸਿੰਘ ਸਾਡੇ ਨਾਲ ਇਸ ਮੌਕੇ ਮੌਜੂਦ ਨੇ ਹੋਪ ਵੈਲਫੇਅਰ ਸੁਸਾਇਟੀ ਦੇ ਵੱਲੋਂ, ਜਿਨ੍ਹਾਂ ਦੇ ਵੱਲੋਂ ਇਸ ਪਟੀਸ਼ਨ ਨੂੰ ਸ਼ੁਰੂ ਕੀਤਾ ਗਿਆ। ਪਹਿਲਾਂ ਜਿਹੜੀ ਇਹ ਪਟੀਸ਼ਨ ਸਾਈਨ ਕਰਵਾਈ ਜਾ ਰਹੀ ਸੀ, ਉਸ ਤੋਂ ਬਾਅਦ ਕੁਝ ਮੰਗਾਂ ਨੇ ਉਹ ਪੂਰੀਆਂ ਵੀ ਹੋਈਆਂ ਕਿ ਜੋ ਰਿਫਿਊਜੀ ਨੇ ਉਹ ਜਿਹੜੇ ਫਸਟ ਰਿਸਪੌਂਡਰਸ ਦੇ ਵਜੋਂ ਕੰਮ ਕਰ ਰਹੇ ਸੀ, ਜੋ ਹਸਪੀਟਲਸ ਦੇ ਵਿੱਚ ਕੰਮ ਕਰ ਰਹੇ ਸੀ, ਉਹਨਾਂ ਨੂੰ ਪੱਕੇ ਕਰਨ ਦਾ ਐਲਾਨ ਵੀ ਕੀਤਾ ਗਿਆ, ਜੋ ਕੋਵਿਡ-19 ਦੇ ਦੌਰਾਨ ਮਰੀਜ਼ਾਂ ਦੇ ਨਾਲ ਕੰਮ ਕਰ ਰਹੇ ਸੀ। ਤਾਂ ਉਸ ਤੋਂ ਬਾਅਦ ਫਿਰ CEC ਕਲਾਸ ਵਿੱਚ 75 ਤੱਕ CRS ਸਕੋਰ ਆਉਣਾ ਵੀ ਇੱਕ ਵੱਡੀ ਉਦਾਹਰਣ ਹੈ ਕਿ ਜੋ ਕੈਨੇਡਾ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪੱਕੇ ਕਰਨ ਦਾ ਮੌਕਾ ਹੈ, ਜੋ ਉਹ ਪੱਕੇ ਹੋਣ ਦਾ ਮੌਕਾ ਮਿਲ ਰਿਹਾ ਹੈ, ਤੇ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ। ਇਸ ਤੋਂ ਬਾਅਦ ਅੱਗੇ ਹੁਣ ਕੀ ਮੰਗ ਹੈ, ਤੇ ਇਸ ਦੇ ਉੱਤੇ ਹੋਰ ਪਟੀਸ਼ਨ ਜਿਹੜੀ ਅੱਗੇ ਇੱਕ ਹੋਰ ਸ਼ੁਰੂ ਕੀਤੀ ਗਈ ਹੈ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਜੋ ਜਸਵਿੰਦਰ ਸਿੰਘ ਦੱਸਣਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ PNCN ਟੀਮ ਦਾ ਔਰ ਤਾਂ ਸਮੂਹ ਸਰੋਤਿਆਂ ਦਾ ਸਤਿ ਸ੍ਰੀ ਅਕਾਲ, ਤਾਂ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਜੋ ਇੱਥੋਂ ਤੱਕ ਤੁਸੀਂ ਆਪਣੀ ਸਾਡੀ ਡੇ 1 ਤੋਂ ਤੁਸੀਂ ਇਹਨੂੰ ਕਵਰ ਕੀਤਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਫਿਰ ਹੁਣ ਜਿਹੜੀ ਇਹ ਪਟੀਸ਼ਨ ਤੁਹਾਡੇ ਵੱਲੋਂ ਸਾਈਨ ਕਰਵਾਈ ਜਾ ਰਹੀ ਹੈ, ਹੁਣ ਜਿਹੜੀ ਮੰਗ ਹੈ ਉਹ ਕੀ ਹੈ ਪੂਰੇ ਤਰੀਕੇ ਨਾਲ ਤੁਸੀਂ ਦੱਸੋਗੇ? ਹਾਂਜੀ, ਇਸ ਟਾਈਮ ਸਾਡੀ ਜਿਹੜੀ ਮੰਗ ਹੈ, ਜਿਹੜੀ ਪਟੀਸ਼ਨ ਇਸ ਟਾਈਮ ਨਵੀਂ ਚੱਲ ਰਹੀ ਹੈ, ਜਿਹੜੀ ਪਹਿਲੀ ਪਟੀਸ਼ਨ ਸੀਗੀ ਉਹ ਸੀਗੀ ਹਾਊਸ ਆਫ ਕਾਮਨ ਦੇ ਵਿੱਚ, ਜਿਹੜੀ ਪਹਿਲਾਂ ਆਪਾਂ ਆਲ ਜਿੰਨੇ ਮੈਂਬਰ ਪਾਰਲੀਮੈਂਟ ਮੈਡੀਚਿਨੋ ਤੱਕ ਆਪਾਂ ਪਹੁੰਚਾਈ ਆ, ਪ੍ਰਾਈਮ ਮਿਨਿਸਟਰ ਤੱਕ। ਉਸ ਤੋਂ ਬਾਅਦ ਫਿਰ ਹਾਊਸ ਆਫ ਕਾਮਨ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਹੁਣ ਪਾਈ ਗਈ ਆ ਉਹ ਹੈਗੀ ਆ E2990, ਉਹ ਹੈਗੀ ਹਾਊਸ ਆਫ ਕਾਮਨ ਦੇ ਵਿੱਚ ਪਾਸ ਕੀਤੀ ਗਈ, ਜਿਹਦੇ ਰਿਪਰੈਜ਼ੈਂਟ ਮਿਸਟਰ ਰਣਦੀਪ ਸਰਾਏ ਕਰ ਰਹੇ ਨੇ। ਸੋ ਇਸ ਕਰਕੇ ਮੰਗ ਸਾਡੀ ਇਹੀ ਆ ਕਿ ਜਿਹੜੀ ਜਿੰਨੇ ਵੀ ਇੱਥੇ ਕੱਚੇ ਨੇ ਉਹਨਾਂ ਨੂੰ ਪੱਕਿਆ ਕਰਨ ਵਾਸਤੇ, ਕਿ ਇਹਨਾਂ ਨੇ ਬਹੁਤ ਵਧੀਆ ਜਿਹੜੇ ਪਹਿਲੀ ਸਾਡੀ ਪਟੀਸ਼ਨ ਦੇ ਉੱਤੇ ਕੰਮ ਕੀਤਾ ਸੀ ਉਹਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਇਹਨਾਂ ਨੇ ਜਿੰਨੇ ਵੀ ਸਟੂਡੈਂਟ ਉਹਨਾਂ ਨੂੰ 1.5 ਸਾਲ ਦਾ ਵਰਕ ਪਰਮਿਟ ਹੋਰ ਵਧਾਉਣ ਦੀ ਕੀਤਾ। ਔਰ ਦੂਸਰੇ ਨੰਬਰ 'ਤੇ ਜਿੰਨੇ ਵੀ ਜਿਹੜਾ ਪਹਿਲਾਂ ਜਿਹੜੇ ਸੀਗੇ ਰਿਫਿਊਜੀ ਕਲੇਮੈਂਟ 1000 ਬੰਦਾ ਕੀਤਾ ਸੀ, ਇਹਨਾਂ ਨੇ ਸਾਰੇ ਪੂਰੇ ਕੈਨੇਡਾ ਦੇ ਵਿੱਚ ਇਹਨਾਂ ਨੇ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕੀਤੀਆਂ। ਸੋ ਇਸ ਕਰਕੇ ਜਿਹੜੀ ਅਸੀਂ ਮੰਗ ਕਰਦੇ ਹਾਂ ਇਸ ਟਾਈਮ 'ਤੇ ਕਿ ਜਿਵੇਂ ਤੁਸੀਂ ਲਾਗੇ ਆਪਣੇ ਗਵਾਂਢੀ ਦੇਸ਼ 1 ਕਰੋੜ ਪਲੱਸ ਬੰਦੇ ਉਹਨਾਂ ਨੇ ਪੱਕੇ ਕਰਨ ਦਾ ਐਲਾਨ ਕੀਤਾ ਅਮਰੀਕਾ ਦੇ ਵਿੱਚ ਬਾਈਡਨ ਜੀ ਨੇ। ਸੋ ਇਸੇ ਤਰ੍ਹਾਂ ਸਾਨੂੰ ਉਮੀਦ ਹੈ ਕਿ ਕੈਨੇਡਾ ਦੇ ਵਿੱਚ ਵੀ ਪ੍ਰਾਈਮ ਮਿਨਿਸਟਰ ਮਿਸਟਰ ਟਰੂਡੋ ਸਾਹਿਬ ਇਹਦੇ ਉੱਤੇ ਜ਼ਰੂਰ ਫੈਸਲਾ ਲੈਣਗੇ। ਤੇ ਪੱਕੇ ਕਰਨ ਦਾ ਐਲਾਨ ਕੀਤਾ ਗਿਆ, ਤੇ ਉਸ ਦੇ ਆਧਾਰ ਦੇ ਉੱਤੇ ਜੋ CRS ਸਕੋਰ ਹੈ ਉਹ ਵੀ ਕਾਫੀ ਜ਼ਿਆਦਾ ਹੇਠਾਂ ਆਇਆ CEC ਕਲਾਸ ਦੇ ਵਿੱਚ। ਤੇ ਫਿਰ ਜਦੋਂ ਇੱਥੋਂ ਤੱਕ ਉਹਨਾਂ ਦੇ ਵੱਲੋਂ ਕਦਮ ਚੁੱਕੇ ਜਾ ਚੁੱਕੇ ਨੇ, ਜਿਹੜਾ ਸਕੋਰ ਅੱਜ ਤੱਕ ਜਿਹੜਾ ਇਸ ਸਮੇਂ ਚੱਲ ਰਿਹਾ ਸੀ ਕਿ 400 ਤੋਂ ਉੱਪਰ ਹੀ ਜਾ ਰਿਹਾ ਸੀ, ਤਾਂ ਇੱਕਦਮ 75 ਤੱਕ ਆ ਗਿਆ ਕਿ ਜਿੰਨੀਆਂ ਫਾਈਲਾਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਵੱਲੋਂ PR ਦੇ ਵਾਸਤੇ ਚੁੱਕ ਲਈਆਂ ਗਈਆਂ, ਉਹਨਾਂ ਨੂੰ ਇਨਵੀਟੇਸ਼ਨ ਭੇਜੇ ਗਏ। ਕੁਝ ਅਜਿਹਾ ਮੌਕਾ ਦਿੱਤਾ ਜਾ ਰਿਹਾ ਹੈ ਤੇ ਕੁਝ ਨਾ ਕੁਝ ਐਲੀਜੀਬਿਲਿਟੀ ਤਾਂ ਹੈ ਜਿਹੜੀ ਪੂਰੀ ਕਰਨੀ ਪਵੇਗੀ। ਤਾਂ ਉਸ ਦੇ ਵਿੱਚ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਉਹ ਐਲੀਜੀਬਿਲਿਟੀਜ਼ ਨੂੰ ਖਤਮ ਕਰਨ ਦੀ? ਜੀ ਅਸੀਂ ਬਿਲਕੁਲ ਇਹਦੇ ਉੱਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿੱਦਾਂ ਇਹਨਾਂ ਨੇ 475 ਤੋਂ ਐਕਸਪ੍ਰੈਸ ਐਂਟਰੀ ਦੇ ਥਰੂ ਇਹਨਾਂ ਨੇ ਨੰਬਰ ਘੱਟ ਕੀਤੇ ਆ, ਜਿਹੜੇ ਕਿ A ਤੇ B ਨੌਕ ਦੇ ਵਿੱਚ ਕੰਮ ਕਰਦੇ ਸੀਗੇ। ਸੋ ਇਸੇ ਤਰ੍ਹਾਂ D ਤੇ C ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ, ਅਸੀਂ ਉਹਦੇ ਉੱਤੇ ਵੀ ਉਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਕਹਿੰਦੇ ਐਕਸਪ੍ਰੈਸ ਐਂਟਰੀ ਦੇ ਥਰੂ ਉਹਨਾਂ ਨੂੰ ਇਹਦੇ ਵੀ ਐਪਲੀਕੇਸ਼ਨਾਂ ਲੈਣੀਆਂ ਚਾਹੀਦੀਆਂ ਵਾ। ਸੋ ਇਸ ਕਰਕੇ ਸਾਨੂੰ ਉਮੀਦ ਹੈ ਕਿ ਜਿਵੇਂ ਉਹ ਨੰਬਰ ਘਟਾਏ ਆ ਤਾਂ ਬਾਕੀਆਂ ਦੇ ਵੀ ਨੰਬਰ ਘਟਾ ਕੇ ਐਪਲੀਕੇਸ਼ਨਾਂ ਚੱਕਣਗੇ।
ਤੇ ਇਸ ਮੰਗ ਨੂੰ ਜਿਵੇਂ ਤੁਸੀਂ ਦੱਸਿਆ ਕਿ ਇਸ ਦੀ ਅਗਵਾਈ ਜੋ ਇਸ ਸਮੇਂ ਕਰ ਰਹੇ ਨੇ ਪਟੀਸ਼ਨ ਦੀ ਜੋ ਅੱਗੇ ਗੱਲ ਪਹੁੰਚਾਉਣ ਦੇ ਵਾਸਤੇ ਐਮਪੀ ਰਣਦੀਪ ਸਰ ਆਏ, ਤੇ ਅੱਗੇ ਇਸ ਦੇ ਲਈ ਪ੍ਰਕਿਰਿਆ ਕੀ, ਤੁਸੀਂ ਇਸ ਦੇ ਉੱਤੇ ਕਿਵੇਂ ਕੰਮ ਹੋ ਰਿਹਾ ਹੈ ਕਿ ਅੱਗੇ ਕਿੱਥੇ ਤੱਕ ਇਹ ਗੱਲ ਕਿਵੇਂ ਪਹੁੰਚਾਈ ਜਾਵੇਗੀ? ਹਾਂਜੀ, ਇਸ ਤਰ੍ਹਾਂ ਵੀ ਇਹਨੂੰ ਹੁਣ ਜਦੋਂ ਆਪਾਂ ਪਟੀਸ਼ਨ ਇਸ ਟਾਈਮ ਅਸੀਂ ਕਲਗੀਧਰ ਗੁਰਦੁਆਰਾ ਐਬਸਪੋਰਟ ਵਿੱਚ ਆਏ ਹਾਂ, ਇਸੇ ਕਰਕੇ ਆਏ ਹਾਂ ਕਿ ਜਿਹੜੀ ਪਟੀਸ਼ਨ ਇਸ ਟਾਈਮ ਤੇ ਚੱਲ ਰਹੀ ਹੈ ਇਹਦੀ ਰਿਪਰੈਜ਼ੈਂਟ ਇਹਨੂੰ ਮਿਸਟਰ ਰਣਦੀਪ ਸਰਾਏ ਮੈਂਬਰ ਆਫ ਪਾਰਲੀਮੈਂਟ ਸਰੀ ਸੈਂਟਰ ਤੋਂ ਨੇ, ਉਹਨਾਂ ਨੇ ਕਰਨੀ ਹੈ। ਉਹਦੇ ਨਾਲ NDP ਦੇ ਜੈਨੀ ਕੁਆਨ ਜੀ ਮੈਂਬਰ ਆਫ ਪਾਰਲੀਮੈਂਟ ਆਪਣੀ ਵੈਨਕੂਵਰ ਤੋਂ ਨੇ। ਤੇ ਇਸ ਕਰਕੇ ਸਾਨੂੰ ਉਮੀਦ ਹੈ ਜਦੋਂ ਪਾਰਲੀਮੈਂਟ ਵਿੱਚ ਜਾ ਕੇ ਗੱਲ ਰੱਖਣਗੇ, ਪਟੀਸ਼ਨ ਦੀ ਗੱਲ ਰੱਖਣਗੇ ਤੇ ਬਹੁਤ ਵੱਡਾ ਫੈਸਲਾ ਲੈਣਗੇ, ਸਾਨੂੰ ਪੂਰੀ ਉਮੀਦ ਹੈ ਇਹਦੇ ਉੱਤੇ। ਤੇ ਤੁਸੀਂ ਲੋਕ ਸਭਾ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕਰਦੇ ਹੋ, ਇਸ ਦੇ ਉੱਤੇ ਤੁਹਾਡੇ ਜੋ ਗੱਲਬਾਤ ਵੀ ਹੁੰਦੀ ਹੈ, ਤੇ ਫਿਰ ਇਸ ਤੋਂ ਪਹਿਲਾਂ ਇੱਕ ਕਮੇਟੀ ਵੀ ਬਣਾਈ ਗਈ ਸੀ, ਉਸ ਕਮੇਟੀ ਦੇ ਵੱਲੋਂ ਜੋ ਪ੍ਰਵਾਸੀਆਂ ਦੇ ਉੱਤੇ ਕੋਵਿਡ-19 ਦੇ ਦੌਰਾਨ ਉਹਨਾਂ ਦੇ ਉੱਤੇ ਅਸਰ ਪਿਆ ਤੇ ਨਾਲ ਇਮੀਗ੍ਰੇਸ਼ਨ ਸਿਸਟਮ ਤੇ ਅਸਰ ਪਿਆ, ਉਸ ਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਉਸ ਦੇ ਉੱਤੇ ਉਹਨਾਂ ਦੇ ਵੱਲੋਂ ਜੋ ਰਿਸਰਚ ਕੀਤੀ ਜਾਵੇਗੀ ਕਿ ਕੀ ਪ੍ਰਭਾਵ ਪਿਆ ਤੇ ਉਸ ਮੁਤਾਬਕ ਕਦਮ ਚੁੱਕੇ ਜਾਣਗੇ। ਤੇ ਉਸ ਨੂੰ ਲੈ ਕੇ ਤੁਹਾਡੀ ਲੋਕ ਸਭਾ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ ਕਿ ਇਸ ਪਟੀਸ਼ਨ ਨਾਲ ਸੰਬੰਧਿਤ ਵੀ ਕੁਝ ਉਹਨਾਂ ਦੇ ਵੱਲੋਂ ਅਜਿਹੇ ਕਦਮ ਚੁੱਕੇ ਜਾਣਗੇ ਜੋ ਮੰਗਾਂ ਤੁਸੀਂ ਕਰ ਰਹੇ ਹੋ? ਜੀ ਬਿਲਕੁਲ। ਪਹਿਲਾਂ ਤਾਂ ਜਿਹੜੀ ਤੁਸੀਂ ਕਮੇਟੀ ਦੀ ਗੱਲ ਕੀਤੀ, ਇਹਨਾਂ ਨੇ ਜਿਹੜੀ ਆਪਾਂ ਪਹਿਲਾਂ ਪਟੀਸ਼ਨ ਇਹਨਾਂ ਨੂੰ ਪਹੁੰਚਾ ਚੁੱਕੇ ਇਹਨਾਂ ਤੱਕ 50,000 ਪਲੱਸ ਸਾਈਨ ਕਰਾ ਕੇ ਆਪਾਂ ਇਹਨਾਂ ਦੇ ਹਰ ਜਗ੍ਹਾ ਤੇ ਪਹੁੰਚਾਈ ਆ। ਉਹੀ ਜਿਹੜੀ ਇਹਨਾਂ ਦੀ ਸਟੈਂਡਿੰਗ ਕਮੇਟੀ ਬਣਾਈ ਸੀ, ਉਹਦੇ ਵਿੱਚ 8 ਮੈਂਬਰ ਪਾਰਲੀਮੈਂਟ ਕੰਮ ਕਰ ਰਹੇ ਨੇ, ਉਹਦੀਆਂ ਸਾਨੂੰ ਬਹੁਤ ਵਧੀਆ ਰਿਜ਼ਲਟ ਆਏ। ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉਹ ਰਿਜ਼ਲਟ ਸਾਨੂੰ ਜਿਹੜੇ ਇਹਨਾਂ ਨੇ ਨੰਬਰ ਘਟਾਉਣੇ ਤੇ ਦੂਸਰੇ ਨੰਬਰ ਤੇ ਜਿਹੜੇ ਐਕਸਪ੍ਰੈਸ ਐਂਟਰੀ ਵਾਲੇ ਜਿਹੜੇ 1.5 ਸਾਲ ਦਾ ਨੌਜਵਾਨ ਜਿਹੜੇ ਸਟੂਡੈਂਟ ਦਾ ਘਟਾਏ ਆ, ਉਹਨਾਂ ਦਾ ਵਰਕ ਨੰਬਰ 1.5 ਸਾਲ ਨਵਾਂ ਕੀਤਾ ਹੈ ਹੋਰ। ਸੋ ਇਹ ਸਾਡਾ ਰਿਜ਼ਲਟ ਉਹਨਾਂ ਵਿੱਚ ਆਇਆ। ਸਾਡੀ ਆਹ ਜਿਹੜੀ ਪਟੀਸ਼ਨ ਚੱਲ ਰਹੀ ਹੈ ਇਹਦੇ ਤੇ ਵੀ ਬਹੁਤ ਵੱਡੇ ਪੱਧਰ ਤੇ ਸਾਨੂੰ ਇੱਕਦਮ ਹੀ ਇਹ ਫੈਸਲਾ ਲੈਣਗੇ ਸਾਰਿਆਂ ਨੂੰ ਪੱਕੀ ਕਰਨ ਦਾ। ਤੇ ਇਸ ਦੇ ਨਾਲ ਹੀ ਜਿਹੜੇ ਤੁਹਾਡੇ ਨਾਲ ਇਸ ਵਕਤ ਕਿੰਨੇ ਕੁ ਗਿਣਤੀ ਦੇ ਵਿੱਚ ਲੋਕ ਕੈਨੇਡਾ ਭਰ ਤੋਂ ਜੁੜੇ ਹੋਏ ਨੇ? ਅਰਾਊਂਡ ਇਸ ਟਾਈਮ ਤੇ ਲਾਈਏ ਤਕਰੀਬਨ, ਗਿਣਤੀ ਤਾਂ ਨਹੀਂ ਹੈਗੀ ਪੂਰੇ, ਜਿਸ ਤਰੀਕੇ ਦੇ ਨਾਲ ਪੂਰੇ ਕੈਨੇਡਾ ਦੇ ਵਿੱਚ ਸਾਡੀ ਟੀਮ ਕੰਮ ਕਰ ਰਹੀ ਆ, ਤੇ ਇਸ ਟਾਈਮ ਤੇ ਬਹੁਤ ਵੱਡੇ ਪੱਧਰ ਤੇ ਸਾਡੇ ਨਾਲ ਜੁੜੇ ਹੋਏ ਲੋਕ ਆ ਇੱਥੋਂ ਕੈਨੇਡਾ ਦੇ ਵਿੱਚੋਂ। ਸੋ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਕੋਈ ਨਾ ਕੋਈ ਇਹਨਾਂ ਨੂੰ ਪਟੀਸ਼ਨ ਪਹੁੰਚਾ ਕੇ ਅਸੀਂ ਕੋਈ ਨਾ ਕੋਈ ਰਿਜ਼ਲਟ ਲਵਾਂਗੇ ਜੀ। ਤੇ ਹੁਣ ਜਿਹੜਾ ਇਸ ਪਟੀਸ਼ਨ ਦੇ ਉੱਤੇ ਤੁਸੀਂ ਦਸਤਖਤ ਕਰਵਾ ਰਹੇ ਹੋ, ਉਸ ਪਟੀਸ਼ਨ ਦੇ ਨਾਲ ਸੰਬੰਧਿਤ ਕੈਨੇਡਾ ਭਰ ਵਿੱਚ ਕਿਹੜੀਆਂ ਥਾਵਾਂ ਦੇ ਉੱਤੇ ਇਹ ਦਸਤਖਤ ਹੋ ਰਹੇ ਨੇ? ਇਸ ਟਾਈਮ ਤੇ ਪੂਰੇ ਕੈਨੇਡਾ ਦੇ ਵਿੱਚ ਸਾਈਨ ਹੋ ਰਹੇ ਨੇ। ਅੱਜ ਵੀ ਸਾਡੀਆਂ ਟੀਮਾਂ ਟੋਰਾਂਟੋ, ਕੈਲਗਰੀ ਤੇ ਬਰੈਂਟਨ, ਹੋਰ ਵੀ ਜਗ੍ਹਾ ਵਿਨੀਪੈਗ ਵਗੈਰਾ ਸਾਰੇ ਅੱਜ ਲੱਗੇ ਹੋਏ ਆ। ਸੋ ਇਸ ਟੀਮਾਂ ਸਾਡੇ ਸਾਰੇ ਪਾਸੇ ਲੱਗੀਆਂ। ਵੱਧ ਤੋਂ ਵੱਧ ਸਾਈਨ ਸਾਨੂੰ ਉਮੀਦ ਹੈ ਕਿ ਅਸੀਂ ਬਹੁਤ ਵੱਡੇ ਪੱਧਰ ਤੇ ਸਾਈਨ ਕਰਾ ਕੇ ਇਹਨਾਂ ਨੂੰ ਦੇਵਾਂਗੇ ਜੀ। ਤੇ ਅੰਤ ਵਿੱਚ ਮੇਰੇ ਤੋਂ ਕੁਝ ਪੁੱਛਣ ਤੋਂ ਰਹਿ ਗਿਆ ਹੋਵੇ, ਤੁਸੀਂ ਆਪਣੇ ਵੱਲੋਂ ਦੱਸਣਾ ਚਾਹੁੰਦੇ ਹੋ? ਨਾ, ਥੈਂਕ ਯੂ। ਬਸ ਅਸੀਂ ਇਹੀ ਇੱਕ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਤੁਸੀਂ ਬੈਠੇ ਆ, ਭਾਵੇਂ ਵਰਲਡ ਵਿੱਚ ਕਿਤੇ ਵੀ ਤੁਸੀਂ ਦੇਖੋ, PNCN TV ਸਾਡਾ ਚੈਨਲ ਬਹੁਤ ਦੂਰ ਤੱਕ ਦੇਖਿਆ ਜਾਂਦਾ। ਅਸੀਂ ਉਹਨਾਂ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦੇ ਹਾਂ, ਜਿੱਥੇ ਵੀ ਤੁਹਾਡੇ ਕੈਨੇਡਾ ਦੇ ਵਿੱਚ ਕੋਈ ਭੈਣ ਭਰਾ, ਦੋਸਤ, ਸੱਜਣ ਮਿੱਤਰ ਜੋ ਵੀ ਕੋਈ ਬੈਠਾ ਆ, ਉਹਨਾਂ ਨੂੰ ਕਹਿਣ ਕਿ ਜਿਵੇਂ ਅਮਰੀਕਾ ਦੇ ਵਿੱਚ ਉਹਨਾਂ ਨੇ ਇੱਕਦਮ ਇਹ ਫੈਸਲਾ ਲਿਆ ਆ, ਇਸੇ ਤਰ੍ਹਾਂ ਉਹਨਾਂ ਨੂੰ ਕਹਿਣ ਪਟੀਸ਼ਨ ਤੇ ਸਾਈਨ ਕਰਨ। E299 ਗੂਗਲ ਸਰਚ ਕਰੋ, ਸਰਚ ਕਰਕੇ ਜਦੋਂ ਪਟੀਸ਼ਨ ਸਾਈਨ ਕਰਨੀ ਆ, ਉਹ ਸਾਈਨ ਕਰਨ ਤੋਂ ਬਾਅਦ ਆਪਣੀ ਈਮੇਲ ਜ਼ਰੂਰ ਚੈੱਕ ਕਰਨ, ਤਾਂ ਕਿ ਜਦੋਂ ਈਮੇਲ ਚੈੱਕ ਕਰਨਗੇ ਤਾਂ ਹੀ ਉਹ ਪਟੀਸ਼ਨ ਸਾਈਨ ਹੋ ਸਕਦੀ ਆ। ਸੋ ਇਹੀ ਮੇਰੇ ਇੱਕ ਰਿਕੁਐਸਟ ਆ ਵੀ ਤੁਹਾਡੇ ਜਿੰਨੇ ਵੀ ਦੂਰ ਇੱਥੇ ਕੈਨੇਡਾ ਦੇ ਵਿੱਚ ਬੈਠੇ ਆ ਫਰੈਂਡ ਸਰਕਲ, ਜਾਂ ਤੁਹਾਡੇ ਸਟੂਡੈਂਟ ਆਏ ਹੋਏ, ਮਾਤਾ ਪਿਤਾ ਆਏ ਹੋਏ ਨੇ, ਕਈ ਵਾਰੀ ਤੁਸੀਂ ਦੇਖੋ ਇੱਥੇ ਪੇਰੈਂਟਸ ਬੁਲਾਏ ਹੋਏ ਆ, ਉਹ ਬੜੇ ਲੰਮੇ ਸਮੇਂ ਤੋਂ ਇੱਥੇ ਕੱਚੇ ਬੈਠੇ ਆ। ਉਹ ਲਾਟਰੀ ਸਿਸਟਮ ਵੀ ਬਣਾਇਆ ਉਹਨਾਂ ਨੇ, ਕਦੀ ਕਿੰਨੇ %, ਕਦੀ ਕਿਸੇ ਤਰ੍ਹਾਂ ਕਰਦੇ। ਜੇ ਆਪਾਂ ਇਹ ਪਟੀਸ਼ਨ ਤੇ ਸਾਈਨ ਕਰਾਂਗੇ, ਇਹ ਵੱਡੇ ਪੱਧਰ ਸਾਡੀ ਇਹ ਹੈਲਪ ਹੋਏਗੀ ਸਾਰਿਆਂ ਨੂੰ ਪੱਕੇ ਕਰਨ ਵਾਸਤੇ ਜੀ। ਧੰਨਵਾਦ। ਧੰਨਵਾਦ ਤੁਹਾਡਾ। ਜਿਵੇਂ ਕਿ ਇੱਥੇ ਦੱਸਿਆ ਗਿਆ ਹੈ ਕਿ ਜੋ ਇਸ ਪਟੀਸ਼ਨ ਨੂੰ ਇਸ ਮੌਕੇ ਜਿਹੜੇ ਕਿ PR ਤੇ ਸਿਟੀਜ਼ਨ ਨੇ ਉਹਨਾਂ ਦਾ ਸਮਰਥਨ ਮੰਗਿਆ ਜਾ ਰਿਹਾ ਹੈ ਤਾਂ ਦਸਤਖਤ ਕਰਵਾਉਣ ਦੇ ਵਾਸਤੇ, ਤੇ ਹੁਣ ਇਸ ਪਟੀਸ਼ਨ ਦੇ ਉੱਤੇ MP ਰਣਦੀਪ ਸਰਾਏ ਦਾ ਕੀ ਕਹਿਣਾ ਹੈ, ਉਹਨਾਂ ਦੇ ਨਾਲ ਵੀ PNCN ਦੇ ਵੱਲੋਂ ਗੱਲਬਾਤ ਕੀਤੀ ਗਈ ਹੈ, ਤੁਹਾਨੂੰ ਸੁਣਾਉਂਦੇ ਹਾਂ। ਸ਼ੋਰ ਦੇਖੋ, ਉਹਨਾਂ ਦੀ ਪਟੀਸ਼ਨ ਹੁਣ ਇਸ ਮਹੀਨੇ ਦੇ ਤਕਰੀਬਨ ਉਹਨਾਂ ਦੀ ਡੈਡਲਾਈਨ ਹੈ ਕਿ ਜਿੰਨੇ ਵਿਅਕਤੀ ਸਾਈਨ ਕਰਨੇ ਆ ਜੂਗੀ, ਤਾਂ ਫਿਰ ਉਹ ਮਿਨਿਸਟਰ ਦੇ ਮੋਹਰੇ ਜਾਊਗੀ ਔਰ ਉਹਨਾਂ ਨੂੰ ਜਵਾਬ ਉੱਤੇ ਦੇਣਾ ਪਊਗਾ। ਉਹਨਾਂ ਦਾ ਮੇਨ ਗੋਲ ਇਹ ਹੈਗਾ ਕਿ ਅਸੀਂ ਜਿਹੜੇ ਟੈਂਪਰੇਰੀ ਫੋਰਨ ਵਰਕਰ, ਖਾਸ ਕਰਕੇ ਲੋ ਸਕਿਲਡ ਵਰਕਰ ਹੈਗੇ ਆ, ਫਾਰਮਾਂ ਦੇ ਵਿੱਚ ਕੰਮ ਕਰਦੇ ਜਾਂ ਕਾਰਪੈਂਟਰ ਜਾਂ ਹੋਰ ਸਕਿਲਡ ਆ, ਇਹਨਾਂ ਨੂੰ ਈਜ਼ੀਅਰ ਪੁਆਇੰਟ ਸਿਸਟਮ ਦਿੱਤਾ ਜਾਵੇ, ਜਾਂ ਐਸੈਂਸ਼ੀਅਲ ਦੇ ਕਿਉਂਕਿ ਨਹੀਂ ਕੰਮ ਕੋਵਿਡ ਵੇਲੇ ਕੀਤਾ, ਇਹਨਾਂ ਨੂੰ ਕੋਈ ਥੋੜ੍ਹੀ ਗੁੰਜਾਇਸ਼ ਦੇ ਕੇ ਇਹਨਾਂ ਨੂੰ ਪੱਕੇ ਕੀਤਾ ਜਾਵੇ, ਇਹਨਾਂ ਨੂੰ PR ਦਿੱਤੀ ਜਾਵੇ। ਔਰ ਅਸੀਂ ਪ੍ਰਾਈਮ ਮਿਨਿਸਟਰ ਨੇ ਵੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਮੈਂਡੇਟ ਦਿੱਤੀ ਹੈ ਆਪਣੇ ਲੈਟਰ ਦੇ ਵਿੱਚ ਕਿ ਤੁਸੀਂ ਇਹਨਾਂ ਵਿਅਕਤੀਆਂ ਨੂੰ ਜਿਹੜੇ ਆਲਰੇਡੀ ਇਨ ਕੈਨੇਡਾ ਹੈਗੇ, ਕੰਮ ਕਰ ਰਹੇ ਹੈਗੇ, ਟੈਕਸ ਪੇ ਕਰ ਰਹੇ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੇਖ ਕੇ ਇਹਨਾਂ ਦੀ ਸਹਾਇਤਾ ਕਰੋ। ਔਰ ਆਲਰੇਡੀ ਆਪਾਂ ਦੇਖਿਆ ਕਿ ਇੱਕ ਸਟਾਈਲ 27,000 ਜਿਹੜਾ ਆਲਰੇਡੀ ਕਲਾਸ ਲੋ ਪੁਆਇੰਟ ਕਰਕੇ ਉਹਨਾਂ ਨੂੰ ਸਹਾਇਤਾ ਕੀਤੀ ਗਈ। ਇਸੇ ਤਰ੍ਹਾਂ ਨਾਲ ਦੀ ਨਾਲ ਗੋਲ ਹੈਗਾ ਕਿ ਜਿਹੜੇ ਇਹ ਸਕਿਲਡ ਵਰਕਰ ਹੈਗੇ, ਜਿਹੜੇ ਲੋਅਰ ਸਕਿਲਡ ਕੈਟੇਗਰੀ, ਇਹਨਾਂ ਨੂੰ ਵੀ ਇਮੀਗ੍ਰੇਸ਼ਨ ਮਿਨਿਸਟਰ ਕੋਈ ਕਾਰਡ ਕੱਢ ਕੇ ਜਾਂ ਪ੍ਰੋਗਰਾਮ ਕੱਢ ਕੇ ਇਹਨਾਂ ਵਾਸਤੇ ਵੀ ਕੋਈ ਪ੍ਰੋਗਰਾਮ ਕਰੂਗੇ। ਜੀ ਬਿਲਕੁਲ, ਜਿਵੇਂ ਕਿ ਇਹਨਾਂ ਵੱਲੋਂ ਪਟੀਸ਼ਨ ਤੇ ਦਸਤਖਤ ਕਰਵਾਏ ਜਾ ਰਹੇ ਨੇ, ਉਹਨਾਂ ਤੋਂ ਜਿਹੜੇ ਕਿ ਇਸ ਸਮੇਂ ਜੋ ਸਿਟੀਜ਼ਨ ਨੇ, ਜੇ PR ਨੇ, ਤੇ ਕਈ ਹਜ਼ਾਰ ਤੋਂ ਵੱਧ ਦਸਤਖਤ ਹੋ ਵੀ ਚੁੱਕੇ ਨੇ।
ਤੇ ਫਿਰ ਅੱਗੇ ਕੀ ਲੱਗਦਾ ਕਿ ਇਸ ਦੇ ਉੱਤੇ ਇੱਕ ਪੋਜ਼ਿਟਿਵ ਰਿਸਪੌਂਸ ਆਵੇਗਾ? ਦੇਖੋ ਪੋਜ਼ਿਟਿਵ ਤਾਂ ਆਲਰੇਡੀ ਜਿਹੜਾ ਪ੍ਰਾਈਮ ਮਿਨਿਸਟਰ ਨੇ ਆਲਰੇਡੀ ਮੈਂਡੇਟ ਲੈਟਰ ਇਮੀਗ੍ਰੇਸ਼ਨ ਮਿਨਿਸਟਰ ਨੂੰ ਦਿੱਤੀ ਆ, ਔਰ ਜਿਹੜਾ ਆਪਾਂ ਐਕਸ਼ਨਸ ਆਲਰੇਡੀ ਦੇਖਿਆ 27,000 ਦੇ ਨਾਲ ਆਲਰੇਡੀ ਡਾਇਰੈਕਸ਼ਨ ਜਿਹੜੀ ਪੋਜ਼ਿਟਿਵ ਡਾਇਰੈਕਸ਼ਨ ਜਾ ਰਹੀ ਹੈ। ਸੋ ਬਾਕੀ ਉਹ ਦੇਖਣਗੇ ਵੀ ਕਿੰਨੇ ਵਿਅਕਤੀ ਹੈਗੇ ਕੈਨੇਡਾ ਦੇ ਵਿੱਚ, ਇਹਨਾਂ ਦੇ ਐਗਜ਼ਿਸਟਿੰਗ ਪੈਥਵੇਜ਼ ਟੂ ਸਿਟੀਜ਼ਨਸ਼ਿਪ ਕੀ ਹੈਗੇ, ਕਿਹੜੇ ਪੈਥਵੇਜ਼ ਅਸੀਂ ਖੋਲ ਸਕਦੇ ਹਾਂ, ਉਹਨਾਂ ਨੂੰ ਦੇਖਦੇ ਹੋਏ ਪਲੱਸ ਸਾਡਾ ਇੰਪਲੋਇਮੈਂਟ ਲੈਵਲ, ਅਨਇੰਪਲੋਇਮੈਂਟ ਕਿਹੜੀ ਕੈਟਾਗੋਰੀਆਂ 'ਚ ਅਪ ਆ ਜਾਂ ਡਾਊਨ ਹੈ, ਇਹ ਸਾਰਿਆਂ ਨੂੰ ਦੇਖਦਿਆਂ ਹੋਇਆ ਉਹਨੀ ਇਹ ਡਿਸੀਜਨ ਇੱਥੇ ਬਣਾਉਣਗੇ। ਪਰ ਸਾਡਾ ਗੋਲ ਹੈ ਕਿ 4 ਲੱਖ 1,000 ਇਮੀਗ੍ਰੈਂਟ ਇਸ ਸਾਲ ਲਿਆਉਣਾ, ਸੋ ਉਹਦੇ ਵਿੱਚ ਹੀ ਇਹ ਪੂਲ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਵੀ ਨਾਲ ਹੈਲਪ ਕਰੀਏ। ਜਿਵੇਂ ਕਿ ਇੱਥੇ ਐਮਪੀ ਰਣਦੀਪ ਸਰਾਏ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇੱਕ ਪੋਜ਼ਿਟਿਵ ਸਾਈਨ ਇਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਸ ਮੰਗ ਨੂੰ ਮੰਨਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਦੋਂ ਪਟੀਸ਼ਨ ਦਸਤਖਤ ਕਰਵਾਈ ਜਾ ਰਹੀ ਸੀ ਤਾਂ ਉਸ ਮੌਕੇ ਹੋਰ ਮੈਂਬਰਸ ਦੇ ਨਾਲ ਗੱਲਬਾਤ PNCN ਦੇ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਇਸ ਦੇ ਉੱਤੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਨਰਿੰਦਰ ਕੌਰ ਆ। ਹਾਂਜੀ, ਮੈਂ ਇੱਥੇ 3-4 ਸਾਲਾਂ ਤੋਂ ਕੰਮ ਕਰ ਰਹੀ ਹਾਂ। ਪਰ ਮੈਂ ਜਦੋਂ ਇੱਥੇ ਆਈ ਸੀ ਤਾਂ ਮੈਥੋਂ ਵਕੀਲਾਂ ਨੇ ਬਹੁਤ ਪੈਸੇ ਲਏ, ਜਿਹਦੇ ਨਾਲ ਕਿ ਮੇਰਾ ਵਰਕ ਪਰਮਿਟ ਮੈਨੂੰ ਦਿੱਤਾ ਗਿਆ। ਅਤੇ ਹੁਣ 2 ਸਾਲ ਬਾਅਦ ਮੈਂ ਫਿਰ ਦੁਬਾਰਾ ਐਕਸਟੈਂਸ਼ਨ ਪਾਇਆ ਤਾਂ ਫਿਰ ਮੈਥੋਂ $6,000 ਫਿਰ ਲਿਆ। ਇਸ ਕਰਕੇ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਤੇ ਸਾਨੂੰ ਇਹੀ ਬੇਨਤੀ ਹੈ ਕਿ ਰਿਕੁਐਸਟ ਹੈ ਟਰੂਡੋ ਸਾਹਿਬ ਨੂੰ ਕਿ ਜਿਵੇਂ ਅਮਰੀਕਾ ਦੇ ਵਿੱਚ ਸਾਰਿਆਂ ਨੂੰ ਉਹਨਾਂ ਨੇ PR ਦੇਣ ਦੀ ਬਣਾਈ ਹੈ ਅਤੇ ਸਾਨੂੰ ਵੀ PR ਦਿੱਤੀ ਜਾਵੇ, ਕਿਉਂਕਿ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਪਿਆ, ਕਿਉਂਕਿ ਸਾਡੇ ਬੱਚੇ ਬਹੁਤ ਸਾਥੋਂ ਦੂਰ ਰਹਿ ਰਹੇ ਨੇ। ਅਸੀਂ ਆਪਣੇ ਬੱਚਿਆਂ ਨੂੰ ਨਹੀਂ ਮਿਲ ਪਾ ਰਹੇ। ਸਾਨੂੰ 3-4 ਸਾਲਾਂ ਤੋਂ ਇਹੀ ਸੰਘਰਸ਼ ਕਰਨਾ ਪੈ ਰਿਹਾ। ਸਾਨੂੰ ਰਿਕੁਐਸਟ ਹੀ ਹੈ ਕਿ ਸਾਨੂੰ PR ਦਿੱਤੀ ਜਾਵੇ। ਤੁਹਾਡਾ ਨਾਮ ਕੀ ਹੈ? ਮੇਰਾ ਜੀ ਨਾਮ ਮਨਜਿੰਦਰ ਗੱਲ ਹੈ ਜੀ, ਅਤੇ ਮੈਂ ਪਿਛਲੇ 2 ਸਾਲ ਦਾ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਜੀ। ਫਾਰਮ ਵਰਕਰ ਦਾ ਮੇਰੇ ਕੋਲ ਵਰਕ ਪਰਮਿਟ ਆ। ਅਤੇ ਅਸੀਂ ਹੁਣ ਇਹੀ ਰਿਕੁਐਸਟ ਕਰਦੇ ਹਾਂ ਜਿਹੜੀ ਪਟੀਸ਼ਨ 2990 ਆ, ਜਿਹੜੇ ਕੈਨੇਡਾ ਦੇ PR ਸਿਟੀਜ਼ਨ ਲੋਕ ਨੇ ਵੀ ਉਹ ਸਾਡੀ ਐਜ ਸਪੋਰਟ ਵੱਧ ਤੋਂ ਵੱਧ ਪਟੀਸ਼ਨ ਆਨਲਾਈਨ ਸਾਈਨ ਕਰਨ। ਅਸੀਂ ਰਿਕੁਐਸਟ ਕਰਦੇ ਹਾਂ ਸਾਰੇ ਕੈਨੇਡਾ ਵਾਸੀਆਂ ਨੂੰ ਵੱਧ ਤੋਂ ਵੱਧ ਸਾਈਨ ਕਰਕੇ ਜਿਹੜੀ ਆਪਾਂ ਜਿਹੜੀ ਕਾਨੂੰਨ ਪਾਸ ਹੋਈ ਹੈ ਵੀ ਉਹ ਕੋਈ ਉਹ ਖਤਰੇ ਵਾਲੀ ਗੱਲ ਨਹੀਂ, ਵੀ ਇਹਦੇ 'ਚ ਕੋਈ ਸਕੈਮ ਨਹੀਂ ਗਾ, ਵੀ ਓਰੀਜਨਲ ਹੈ। ਅਤੇ ਇਹਦੇ 'ਚ ਰਣਦੀਪ ਸਰਾਏ ਦੀ ਫੋਟੋ ਲੱਗੀ ਹੈ ਬਕਾਇਦਾ, ਅਤੇ ਆਨਲਾਈਨ ਸਾਈਨ ਕਰੋ ਵੱਧ ਤੋਂ ਵੱਧ। ਕਿੰਨੇ ਕੁ ਸਾਈਨ ਹੁਣ ਤੱਕ ਹੋ ਚੁੱਕੇ ਨੇ? ਮੇਰੇ ਵੀ 4,000 ਦੇ ਕਰੀਬ ਸਾਈਨ ਹੋਣ ਵਾਲੇ ਜੀ। ਅਤੇ ਅਸੀਂ ਹੋਪ ਕਰਦੇ ਹਾਂ ਵੀ ਗਾਂਹ ਜਿਹੜੇ ਸਾਈਨ ਵੱਧ ਤੋਂ ਵੱਧ ਹੋਣਗੇ, ਅਸੀਂ ਇਹਨੂੰ 15,000 ਤੱਕ ਲੈ ਕੇ ਜਾਵਾਂਗੇ। ਤੇ ਆਨਲਾਈਨ ਜਿਹੜੇ ਇਸ ਪਟੀਸ਼ਨ ਦੇ ਉੱਤੇ ਦਸਤਖਤ ਕੀਤੇ ਜਾਣੇ ਆ ਉਸ ਦਾ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਦੇਵਾਂਗੇ। ਤੁਸੀਂ ਉੱਥੇ ਦੇਖ ਸਕਦੇ ਹੋ, ਉੱਤੇ ਕਲਿੱਕ ਕਰਕੇ ਅੱਗੇ ਦਸਤਖਤ ਕਰ ਸਕਦੇ ਹੋ। PR ਤੇ ਸਿਟੀਜ਼ਨ ਨੇ ਜੋ ਕੈਨੇਡਾ ਦੇ ਵਿੱਚ ਉਹ ਇਸ ਦੇ ਉੱਤੇ ਦਸਤਖਤ ਕਰ ਸਕਦੇ ਨੇ ਤੇ ਜੋ ਉਹਨਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਸਕਦਾ ਇਸ ਮੰਗ ਨੂੰ ਕਿ ਜੋ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਇਹ ਪ੍ਰਵਾਸੀ ਕੰਮ ਕਰ ਰਹੇ ਨੇ, ਟੈਕਸ ਦਾ ਭੁਗਤਾਨ ਵੀ ਕਰ ਰਹੇ ਨੇ, ਉਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ। ਜਿਵੇਂ ਕਿ ਇਸ ਪਟੀਸ਼ਨ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਤੇ PR ਦਸਤਖਤ ਕਰ ਸਕਦੇ ਨੇ, ਤਾਂ ਇਸ ਮੌਕੇ ਜਿਨ੍ਹਾਂ ਦੇ ਵੱਲੋਂ ਦਸਤਖਤ ਕੀਤੇ ਗਏ ਉਹਨਾਂ ਵਿੱਚੋਂ ਕੁਝ ਨੇ PNCN ਦੇ ਉੱਤੇ ਗੱਲਬਾਤ ਕੀਤੀ ਤੇ ਇਸ ਦੇ ਲਈ ਬੇਨਤੀ ਕੀਤੀ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਇਸ ਪਟੀਸ਼ਨ ਨੂੰ ਸਮਰਥਨ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸੈਕਟਰੀ ਕਲਗੀਧਰ ਦਰਬਾਰ ਐਬਸਪੋਰਟ ਮਨਜੀਤ ਸਿੰਘ ਅੱਜ ਇਸ ਹੋਪ ਵੈਲਫੇਅਰ ਸੋਸਾਇਟੀ ਦਾ ਮੈਂ ਬਹੁਤ ਬਹੁਤ ਰਿਣੀ ਹਾਂ, ਜੋ ਸਾਡੇ ਗੁਰਦੁਆਰਾ ਸਾਹਿਬ ਵਿਖੇ ਆ ਕੇ ਇਹਨਾਂ ਨੇ ਜੋ ਪਟੀਸ਼ਨ 2990 ਬਾਰੇ ਸਾਈਨ ਕਰਾਉਣੇ ਆ, PR ਔਰ ਸਿਟੀਜ਼ਨ ਉਹਨਾਂ ਦੇ ਸਾਈਨ ਕਰਾਉਣੇ ਆ। ਬਹੁਤ ਵਧੀਆ ਉੱਦਮ ਹੈ ਇਹਨਾਂ ਦਾ, ਕਿਉਂਕਿ ਸਰਕਾਰ ਦੇ ਇਹ ਵਿਚਾਰਧੀਨ ਅਪੀਲ ਹੈ, ਕਿਉਂਕਿ ਜਿਹੜੇ ਸਾਡੇ ਸ਼ਰਨਾਰਥੀ ਅਤੇ ਹੋਰ ਵਰਕਰ ਆਏ ਹੋਏ ਆ ਜੋ ਹਜੇ ਪੱਕੇ ਨਹੀਂ ਹੈ, ਕੱਚੇ ਹੀ ਹੈ, ਔਰ ਉਹਨਾਂ ਦਾ ਬੜਾ ਸ਼ੋਸ਼ਣ ਹੋ ਰਿਹਾ ਹੈ। ਔਰ ਇਹਨਾਂ ਦਾ ਬੜਾ ਚੰਗਾ ਉੱਦਮ ਹੈ ਹੋਪ ਵੈਲਫੇਅਰ ਸੁਸਾਇਟੀ ਦਾ, ਅਤੇ ਭਾਈ ਜਸਵਿੰਦਰ ਸਿੰਘ ਜਿਨ੍ਹਾਂ ਦਾ ਬੜਾ ਉੱਦਮ ਹੈ ਇਹਦੇ ਵਿੱਚ, ਔਰ ਹੋਰ ਵਲੰਟੀਅਰ ਦਾ ਵੀ ਬੜਾ ਜੋਸ਼ੋ ਖਰੋਸ਼ ਨਾਲ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਜਿੰਨੇ ਵੀ PR ਆ ਅਤੇ ਸਿਟੀਜ਼ਨ ਆ ਉਹਨਾਂ ਦੇ ਸਾਈਨ ਕਰਾ ਕੇ ਸਰਕਾਰ ਦੇ ਅੱਗੇ ਇਹ ਲੈ ਕੇ ਜਾਣੀ ਆ। ਔਰ ਅਸੀਂ ਸਰਕਾਰ ਦੇ ਨੂੰ ਵੀ ਅਪੀਲ ਕਰਦੇ ਹਾਂ ਵੀ ਇਹ ਵਿਚਾਰਧੀਨ ਪਟੀਸ਼ਨ ਦਾ ਫੈਸਲਾ ਕਰਕੇ ਜੋ ਕੱਚੇ ਸ਼ਰਨਾਰਥੀ ਆ ਅਤੇ ਕੱਚੇ ਵਰਕਰ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ। ਅਤੇ ਇਸ ਨਾਲ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇ ਇਹ ਸਾਡਾ ਸਫਲਤਾਪੂਰਵਕ ਪਟੀਸ਼ਨ ਸਾਡੀ ਸਫਲ ਹੋ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਜਸਵਿੰਦਰ ਸਿੰਘ, ਮੈਨੂੰ ਲਗਭਗ ਇੱਥੇ 16 ਸਾਲ ਹੋ ਗਏ ਨੇ ਆਇਆ, ਅਤੇ ਲਗਭਗ 16 ਸਾਲ ਹੀ ਮੈਨੂੰ ਪੱਕੇ ਹੋਣ ਨੂੰ ਲੱਗੇ ਨੇ। ਜਦੋਂ ਮੈਂ ਆਪਣੇ ਅਤੀਤ ਨੂੰ ਦੇਖਦਾ ਤਾਂ ਮੇਰਾ ਜਿਹੜਾ ਸੰਘਰਸ਼ ਹੈ ਬਹੁਤ ਹੀ
ਲੰਮੇ ਸਮੇਂ ਦਾ ਸੀ ਤੇ ਬੜਾ ਔਖਾ ਸੀ, ਪਰ ਜਿਸ ਵੇਲੇ ਹੁਣ ਮੈਂ ਪੱਕਾ ਹੋਇਆ ਤੇ ਮੈਂ ਇੱਥੇ ਦੂਸਰੇ ਨਵੇਂ ਆਉਣ ਵਾਲਿਆਂ ਨੂੰ ਜਾਂ ਕੱਚਿਆਂ ਨੂੰ ਦੇਖਦਾ ਤਾਂ ਮੇਰੇ ਮਨ ਵਿੱਚ ਹਮੇਸ਼ਾ ਇਹ ਇੱਛਾ ਰਹਿੰਦੀ ਹੈ, ਮੈਂ ਅਰਦਾਸ ਕਰਦਾ ਕਿ ਉਹ ਛੇਤੀ ਤੋਂ ਛੇਤੀ ਉਹਨਾਂ ਨੂੰ ਇੱਥੋਂ ਦੀ PR ਮਿਲੇ, ਪੱਕੇ ਹੋਣ, ਤਾਂ ਕਿ ਉਹਨਾਂ ਦਾ ਵੀ ਜੀਵਨ ਸੰਵਰ ਸਕੇ। ਸੋ ਜਿਹੜੀ ਪਟੀਸ਼ਨ ਕੀਤੀ ਗਈ ਹੈ ਇਹ ਬੜਾ ਚੰਗਾ ਉਦਮ ਹੈ। ਤੁਹਾਡਾ ਇੱਕ ਸਾਈਨ ਪਤਾ ਨਹੀਂ ਕਿੰਨੇ ਜਾਣਿਆਂ ਦੀ ਜ਼ਿੰਦਗੀ ਬਦਲ ਸਕਦਾ ਹੈ ਤੇ ਉਹਨਾਂ ਨੂੰ ਬਹੁਤ ਉੱਚੀ ਥਾਂ ਤੇ ਪਹੁੰਚਾ ਸਕਦਾ ਹੈ। ਸੋ ਮੇਰੀ ਬੇਨਤੀ ਹੈ ਕਿ ਇਹ ਸੱਜਣ ਜੋ ਵੀ ਉਦਮ ਕਰ ਰਹੇ ਨੇ ਬਹੁਤ ਵਧੀਆ ਨੇ, ਇਹਨਾਂ ਦੀ ਸਹਾਇਤਾ ਕਰੋ ਤੇ ਅਸੀਂ ਸਾਰਿਆਂ ਦੀ ਸਹਾਇਤਾ ਕਰਕੇ ਜਿੰਨੇ ਵੀ ਇੱਥੇ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਸਾਈਨ ਕਰਕੇ ਕੱਚਿਆਂ ਨੂੰ ਪੱਕੇ ਕਰਵਾ ਸਕੀਏ, ਉਹਨਾਂ ਸਾਡੇ ਲਈ ਇਹ ਬਹੁਤ ਹੀ ਪੁੰਨ ਦੀ ਗੱਲ ਹੈ, ਵਧੀਆ ਗੱਲ ਹੈ। ਮੇਰਾ ਨਾਮ ਗੁਰਚਰਨ ਮਾਨ ਤੇ ਮੈਂ ਐਡ ਸਪੋਰਟ ਦੇ ਵਿੱਚ ਰਹਿਣਾ ਇੱਥੇ। 3-4 ਸਾਲ ਪਹਿਲਾਂ ਮੈਂ ਇੱਥੇ ਆਇਆ ਸੀਗਾ, ਜਿੱਦਾਂ ਮੈਂ PR ਆ ਇੱਥੇ, ਤੇ ਮੈਂ ਅੱਜ ਇੱਥੇ ਆਇਆ ਸੀਗਾ। ਜੋ ਵੀ ਆਪਣੇ ਭੈਣ ਭਰਾ ਜੋ ਸਟਰਗਲ ਕਰ ਰਹੇ ਆ ਉਹ 'ਤੇ ਮੈਂ ਆਪਣੀ ਪਟੀਸ਼ਨ 'ਤੇ ਉਹਨਾਂ ਦੇ ਸਾਈਨ ਕਰੇ ਆ। ਮੈਂ ਸਾਰਿਆਂ ਨੂੰ ਹੈਲਪ ਇਹ ਕਹਿਣਾ ਅਪੀਲ ਕਰਨਾ ਚਾਹੁੰਦਾ ਵੀ ਸਾਰੇ ਆਪਾਂ ਇਹਨਾਂ ਦੀ ਰਲ ਮਿਲ ਕੇ ਮਦਦ ਕਰੀਏ ਤੇ ਵੱਧ ਤੋਂ ਵੱਧ ਸਾਥ ਦਈਏ ਆਪਾਂ ਇਹ ਪਟੀਸ਼ਨ 'ਤੇ ਸਾਈਨ ਕਰਕੇ। ਜੋ ਵੀ ਇੱਥੇ ਸਟਰਗਲ ਕਰ ਰਹੇ ਆ ਕੱਚੇ ਆ ਤੇ ਉਹ ਮਤਲਬ PR ਹੋ ਸਕਣ ਤੇ ਕੈਨੇਡਾ ਦੇ ਵਿੱਚ ਆਪਦਾ ਪੱਕੇ ਤੌਰ 'ਤੇ ਰਹਿ ਸਕਣ, ਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ। Hi, my name is Samarpal. So I'm living in Abbotsford. So that's we're going to requesting to everyone to hold the community. We're going to sign the petition. The number is E2990. So that petition is already started from the last year from the Hope Welfare Society, because we are trying to who are stuck in the COVID one. So we are requesting all the people who are in Canada, especially for the PR and the permanent residency, please sign the petition as much as we can, because you're only one signature and they're going to fulfill all the dreams who are still working hard in the COVID time. So we are requesting, please sign the petition, because I know when you people come in Canada, you always do the hard work for your well settlement one. So that's why we are starting that petition as much as we can sign it. So we are requesting, please, please, please sign the petition. The number is 2990. Thank you. ਕਈ ਸਾਲਾਂ ਤੋਂ ਕਈ ਪ੍ਰਵਾਸੀ ਨੇ ਜਿਹੜੇ ਕਿ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਨੇ, ਪਰ ਕੁਝ ਐਲੀਜੀਬਿਲਟੀ ਹੈ ਜਿਸ ਨੂੰ ਪੂਰਾ ਨਾ ਕਰ ਸਕਣ ਕਰਕੇ ਉਹ PR ਨਹੀਂ ਹੋ ਰਹੇ, ਜਿਸ ਦੇ ਕਰਕੇ ਉਹ ਆਪਣੇ ਪਰਿਵਾਰਾਂ ਤੋਂ ਵੀ ਦੂਰ ਬੈਠੇ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਇਸ ਸਮੇਂ ਵੱਖੋ ਵੱਖਰੇ ਸਟੇਟਸ ਦੇ ਉੱਤੇ ਉਹ ਕੁਝ ਅਜਿਹੇ ਹਾਲਾਤ ਦੇ ਵਿੱਚ ਨੇ ਕਿ ਉਹ ਵਾਪਸ ਆਪਣੇ ਘਰ ਵੀ ਨਹੀਂ ਪਰਤ ਸਕਦੇ ਤੇ ਨਾ ਹੀ ਉਹ ਜਾਣਾ ਚਾਹੁੰਦੇ ਨੇ ਤੇ ਉਹ ਇੱਥੇ ਹੀ ਆਪਣੀ ਅੱਗੇ ਜੀਵਨ ਨੂੰ ਸ਼ੁਰੂ ਕਰਨਾ ਚਾਹੁੰਦੇ ਨੇ, ਆਪਣੇ ਪਰਿਵਾਰਾਂ ਦੇ ਨਾਲ ਰਹਿਣਾ ਚਾਹੁੰਦੇ ਨੇ। ਤੇ ਇਸੇ ਕਰਕੇ ਇਹ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਉੱਤੇ ਅੱਗੇ ਹੁਣ ਇਸ ਪਟੀਸ਼ਨ ਦੇ ਉੱਤੇ ਕੀ ਜਵਾਬ ਆਉਂਦਾ ਹੈ ਤੇ ਅੱਗੇ ਇਸ ਦੇ ਉੱਤੇ ਕੀ ਕਦਮ ਚੁੱਕੇ ਜਾਂਦੇ ਨੇ ਉਹ ਸਮਾਂ ਹੀ ਦੱਸੇਗਾ। ਤੇ ਇਸ ਦੇ ਉੱਤੇ ਜੇਕਰ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਨਾਲ ਹੀ ਦੱਸਾਂਗੇ। ਇੱਥੇ ਜ਼ਿਕਰਯੋਗ ਹੈ ਕਿ ਸਾਲ 2020 ਦੇ ਵਿੱਚ ਜਿੱਥੇ ਕਿ COVID-19 ਦੇ ਕਰਕੇ ਹਾਲਾਤ ਅਜਿਹੇ ਬਣੇ ਕਿ ਇਮੀਗ੍ਰੇਸ਼ਨ ਸਿਸਟਮ ਦੇ ਉੱਤੇ ਕਾਫੀ ਪ੍ਰਭਾਵ ਪਿਆ, ਜਿਹੜੇ ਕੰਮ ਨੇ ਉਹ ਬਹੁਤ ਹੌਲੀ ਹੋਏ, ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਈ ਅਜਿਹੇ ਇਤਿਹਾਸਕ ਫੈਸਲੇ ਵੀ ਲਏ ਗਏ ਜੋ ਕਿ ਹੁਣ ਤੱਕ ਦੇ ਇਤਿਹਾਸ ਵਿੱਚ ਕੈਨੇਡਾ ਦੇ ਕਦੀ ਵੀ ਨਹੀਂ ਸੀ ਲਏ ਗਏ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਤੇ ਨਾਲ ਹੀ ਜੋ ਪ੍ਰਵਾਸੀ ਕਾਮੇ ਨੇ ਉਹਨਾਂ ਦੇ ਵਾਸਤੇ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਬੁਲਾਉਣ ਤੇ ਪੱਕੇ ਕਰਨ ਦੇ ਨਾਲ ਸੰਬੰਧਿਤ ਇਹ ਐਲਾਨ ਨੇ, ਜਿਨ੍ਹਾਂ ਦੇ ਬਾਰੇ ਅਸੀਂ ਸਮੇਂ-ਸਮੇਂ ਦੇ ਉੱਤੇ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਹਾਂ। ਤੇ ਹੁਣ ਜੋ ਇਹ ਮੰਗ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਜੇਕਰ ਅੱਗੇ ਕੋਈ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ।